ਗਰੀਬ ਨਵਾਜ ਪੰਚਮ ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਅਤੇ ਲਸਾਨੀ ਸ਼ਹਾਦਤ ਦੇ ਮਾਲਕ ਮਹਾਨ ਸੂਰਬੀਰ ਬਚਨ ਕੇ ਬਲੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਲਕੀਰ ਸਾਹਿਬ ਵਿਖੇ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਰੋਜ਼ਾਨਾ ਦੀ ਤਰ੍ਹਾਂ ਦਿਨ ਦੇ ਪਿਛਲੇ ਪਹਿਰ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਸੁਣ ਕੇ ਆਪ ਜੀ ਲਾਹਾ ਪ੍ਰਾਪਤ ਕਰਦੇ ਹੋ, ਵਡਭਾਗੀ ਬਣਦੇ ਹੋ, ਸ਼੍ਰੇਸ਼ਟ ਬਣਦੇ ਹੋ। ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਚੰਗੇ ਕਰਮਾਂ ਦੀ ਨਿਸ਼ਾਨੀ ਕਹਿ ਲਈਏ। ਜਿਹੜੀ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਹਰ ਜਸ ਸੁਣਨਾ, ਗੁਰੂ ਦੀ ਮਹਿਮਾ ਸੁਣਨਾ, ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਨਹੀਂ ਤੇ ਜਿਹੜੀ ਦੁਨੀਆ ਹੈ ਭੱਜ ਦੌੜ ਦੇ ਵਿੱਚ ਹੀ ਜਿਹੜਾ ਸਮਾਂ ਹੈ ਅਜਾਈਂ ਗਵਾ ਰਹੀ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਇਹ ਜਿਹੜੇ ਪਲ ਹਨ ਜਾਂ ਘੜੀਆਂ ਹਨ ਸਫਲ ਹੁੰਦੀਆਂ ਹਨ। ਕੁਝ ਕਹਿਣ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਈਏ। ਨਿਮਰਤਾ ਸਹਿਤ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਕਾਲ ਦੇ ਪ੍ਰਸੰਗ, ਉਹਨਾਂ ਦੇ ਜੀਵਨ ਦੇ ਕੌਤਕ, ਉਹਨਾਂ ਦੇ ਜੀਵਨ ਦੀ ਕਰਨੀ, ਉਹਦੇ ਪ੍ਰਸੰਗ ਚੱਲ ਰਹੇ ਹਨ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਹਨ ਅਤੇ ਘੋੜਿਆਂ ਵੱਲ ਵੇਖਣਾ ਕੀਤਾ ਹੈ ਕਿ ਤੇ ਕਹਿਣਾ ਕੀਤਾ, ਸੱਚੇ ਪਾਤਸ਼ਾਹ ਜੀ ਆਪ ਜੀ ਇਸ ਦੁਰਗ ਵਿੱਚ, ਇਸ ਕਿਲ੍ਹੇ ਵਿੱਚ ਬੈਠ ਕੇ ਇੱਥੋਂ ਦੇ ਜੀਆਂ ਦੇ ਭਲਾ ਕਰ ਰਹੇ ਹੋ। ਭਾਵ ਜਿੰਨੇ ਵੀ ਇੱਥੋਂ ਦੇ ਵਸਨੀਕ ਹਨ, ਜਿਹੜੀ ਕੈਦੀ ਹਨ, ਆਪ ਜੀ ਦਾ ਸੰਗ ਕਰਕੇ ਉਹਨਾਂ ਦੇ ਕਰਮ ਜਾਗ ਰਹੇ ਹਨ। ਪਰ ਪਾਤਸ਼ਾਹ ਜੀ ਜਿਹੜੇ ਘੋੜੇ ਹਨ ਉਹ ਕਮਜ਼ੋਰ ਨਜ਼ਰ ਆਉਂਦੇ ਹਨ। ਬਹੁਤੇ ਜਿਹੜੇ ਹਨ ਦੁਰਬਲ ਹਨ, ਕਮਜ਼ੋਰ ਸਰੀਰ ਇਹਨਾਂ ਦਾ ਨਜ਼ਰ ਆ ਰਿਹਾ ਹੈ। ਕਿਉਂਕਿ ਸਿੰਘਾਂ ਨੇ ਦੱਸਣਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਜਿਹੜਾ ਇੱਥੋਂ ਦਾ ਦਰੋਗਾ ਵਾ, ਕਿਲ੍ਹੇ ਦਾ ਦਰੋਗਾ ਵਾ, ਉਹ ਬਹੁਤਾ ਮੈਲਾ ਘਾਹ ਦਿੰਦਾ ਹੈ। ਦਾਣਾ ਦੁਨਕਾ ਵੀ ਪੌਦਾ ਵਧੀਆ ਨਹੀਂ ਮਿਲਦਾ, ਤਾਂ ਕਰਕੇ ਜਿਹੜੇ ਘੋੜੇ ਹਨ ਉਹ ਕਮਜ਼ੋਰ ਨਜ਼ਰ ਆਉਂਦੇ ਹਨ। ਅਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ ਕਿ ਆਪ ਜੀ ਬਾਂਗਰ ਦੇਸ਼ ਵਿੱਚ ਜਿੱਥੇ ਬਹੁਤਾ ਹਰਿਆ ਘਾਹ ਹੈ, ਤਿੜਾਂ ਵਾਲਾ ਘਾਹ ਜਿਹੜਾ ਹੈ ਘੋੜਿਆਂ ਦੀ ਖੁਰਾਕ ਮੰਨੀ ਜਾਂਦੀ ਹੈ, ਉਹ ਆਪ ਜੀ ਵੇਖ ਕਰਕੇ ਜਿਸ ਜਗ੍ਹਾ 'ਤੇ ਸੋਹਣਾ ਘਾਹ ਹੋਵੇ ਨਿਸੰਗ ਹੀ ਬਿਨਾਂ ਝਿਜਕ ਉੱਥੇ ਜਾ ਕੇ ਡੇਰਾ ਕਰੋ, ਪ੍ਰਸਥਾਨ ਕਰੋ ਅਤੇ ਘੋੜਿਆਂ ਦੀ ਚੰਗੀ ਜਿਹੜੀ ਪਰਵਰਿਸ਼ ਹੈ ਇਹਨਾਂ ਦੀ ਆਪ ਕਰਨਾ ਕਰੋ। ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਸਮੇਤ ਦਲ ਦੇ ਸਮੇਤ ਸੂਰਮਿਆਂ ਦੇ ਵੀਰਾਂ ਕੱਟਦੇ ਹੋਏ, ਦਿੱਲੀ ਦੇ ਨੇੜਿਓਂ ਲੰਘਦੇ ਹੋਏ ਉਸ ਪਵਿੱਤਰ ਥਾਂ 'ਤੇ ਪਹੁੰਚੇ ਹਨ ਜਿੱਥੇ ਬਹੁਤ ਵਧੀਆ ਨਸਲੀ ਘਾਹ ਹੈ, ਦਾਣਾ ਦੁਨਕਾ ਹੈ। ਅਤੇ ਉੱਥੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਡੇਰਾ ਲਾਉਣਾ ਕੀਤਾ ਹੈ, ਤੰਬੂ ਲਾਉਣਾ ਕੀਤਾ ਹੈ ਅਤੇ ਘੋੜਿਆਂ ਦੀ ਪਰਵਰਿਸ਼ ਵਿੱਚ ਚੰਗਾ ਯੋਗਦਾਨ ਪਾਉਣਾ ਕੀਤਾ ਹੈ। ਅਤੇ ਨਾਲ ਹੀ ਜਿਹੜੇ ਸੂਰਮੇ ਹਨ ਨਿਸੰਗ ਹੀ ਉਹਨਾਂ ਨੂੰ ਬਿਨਾਂ ਝਿਜਕ ਸਾਰਿਆਂ ਦੇ
ਖਿਆਲ ਰੱਖਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਵਾਰੀ ਸਾਰੇ ਸੂਰਮਿਆਂ ਤੋਂ ਪੁੱਛਦੇ ਹਨ ਕਿ ਕਿਵੇਂ ਜਿਹੜੇ ਘੋੜਿਆਂ ਦੀ ਪਰਵਰਿਸ਼ ਚੰਗੀ ਹੋ ਰਹੀ ਹੈ। ਸੋ ਨਾਲ ਹੀ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਅਸਾਂ ਨੇ ਆਪ ਖੁਦ ਜਾ ਕਰਕੇ ਉਹ ਚਿੰਨ੍ਹ ਵੇਖੇ ਹਨ ਜਿਸ ਜਗ੍ਹਾ 'ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੰਬੂ ਲਾ ਕੇ ਤੇ ਘੋੜਿਆਂ ਦੀ ਪਰਵਰਿਸ਼ ਵਿੱਚ ਦਾਣਾ ਦੁਨਕਾ ਘੋੜਿਆਂ ਨੂੰ ਖਵਾਉਣ ਵਾਸਤੇ, ਘਾਹ ਖਵਾਉਣ ਵਾਸਤੇ ਜਿੱਥੇ ਡੇਰਾ ਲਾਇਆ ਸੀ, ਉਹ ਅੱਜ ਵੀ ਜਗ੍ਹਾ ਅਸਾਂ ਨੇ ਆਪ ਖੁਦ ਵੇਖੀ ਹੈ। ਉਹ ਕਵੀਰਾਜ ਜੀ ਆਪ ਹਵਾਲਾ ਦਿੰਦੇ ਹਨ, ਕਿਉਂਕਿ ਜਿਹੜੇ ਚਿੰਨ੍ਹ ਹਨ ਉਹ ਅਸੀਂ ਆਪ ਵੇਖੇ ਹਨ, ਗੁਰਸਿੱਖ ਦੱਸਦੇ ਹਨ। ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ। ਅਤੇ ਇਸ ਤੋਂ ਅੱਗੇ ਇੱਧਰੋਂ ਜੋ ਬਾਦਸ਼ਾਹ ਨੇ ਇੱਕ ਮਨੁੱਖ ਭੇਜਣਾ ਕੀਤਾ ਹੈ, ਉਹ ਮੰਜ਼ਲਾਂ ਨੂੰ ਤੈਅ ਕਰਦਾ ਹੋਇਆ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜਾ ਹੈ ਅਤੇ ਉਹਨੇ ਬੇਨਤੀ ਕੀਤੀ ਬਾਦਸ਼ਾਹ ਵੱਲੋਂ ਕਿ ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਜਹਾਂਗੀਰ ਆਪ ਜੀ ਨੂੰ ਯਾਦ ਕਰਦੇ ਹਨ ਅਤੇ ਚਾਹੁੰਦੇ ਹਨ ਆਪ ਜੀ ਦੇ ਸੋਹਣੇ ਦਰਸ਼ਨ ਪਾ ਲੈਣ। ਅਤੇ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਉਹਨੂੰ ਜਵਾਬ ਦਿੰਦਿਆਂ ਆ ਕਹਿਣ ਲੱਗੇ ਕਿ ਜਿਸ ਜਗ੍ਹਾ 'ਤੇ ਬੈਠ ਕਰਕੇ ਆਪ ਸੁਖੀ ਹੋਈਏ ਅਤੇ ਨਾਲ ਉੱਥੋਂ ਦੇ ਵਸਣ ਵਾਲੇ ਲੋਕ ਵੀ ਸੁਖੀ ਹੋਣ, ਉਹ ਜਿਹੜੀ ਜਗ੍ਹਾ ਹੈ, ਉਹ ਜਿਹੜਾ ਸਥਾਨ ਹੈ, ਛੱਡਣਾ ਨਹੀਂ ਬਣਦਾ। ਅਸੀਂ ਇੱਥੇ ਬੜੇ ਸੁੱਖ ਆਰਾਮ ਦੇ ਨਾਲ ਰੱਬੀ ਹੁਕਮ ਵਿੱਚ, ਰੱਬੀ ਰਜ਼ਾ ਵਿੱਚ ਜਿਹੜਾ ਸਮਾਂ ਹੈ ਉਹ ਗੁਜ਼ਾਰ ਰਹੇ ਹਾਂ। ਅਸੀਂ ਨਹੀਂ ਆਵਾਂਗੇ। ਅਤੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕਰਕੇ ਉਸੇ ਵੇਲੇ ਇਹ ਮਨੁੱਖ ਵਾਪਸ ਬਾਦਸ਼ਾਹ ਜਹਾਂਗੀਰ ਕੋਲ ਪਹੁੰਚਿਆ ਹੈ ਅਤੇ ਸਾਰਾ ਜਿਹੜਾ ਪ੍ਰਸੰਗ ਹੈ, ਜੋ ਵਾਰਤਾਲਾਪ ਹੋਈ ਹੈ, ਉਹ ਬਾਦਸ਼ਾਹ ਨੂੰ ਆ ਕਰਕੇ ਦੱਸਣਾ ਕੀਤੀ ਹੈ। ਬਾਦਸ਼ਾਹ ਮਨ ਦੇ ਵਿੱਚ ਬੜਾ ਚਿੰਤਾਤਰ ਹੋਇਆ ਹੈ, ਗਹਿਰੀ ਚਿੰਤਾ ਦੇ ਵਿੱਚ ਗਿਆ ਹੈ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਉਂ ਨਹੀਂ ਮੈਨੂੰ ਦਰਸ਼ਨ ਦੇ ਰਹੇ, ਕਿਉਂਕਿ ਮਨ ਦੇ ਵਿੱਚ ਇੱਕ ਤਰਾਸ ਹੈ, ਇੱਕ ਡਰ ਹੈ। ਰਾਤ ਦੇ ਸਮੇਂ ਜੇਕਰ ਹੁਣ ਵੀ ਮੈਨੂੰ ਸ਼ੇਰ ਤੰਗ ਕੀਤੇ ਕਿ ਉਹਨਾਂ ਨੇ ਕਹਿਣਾ ਕੀਤਾ ਸੀ, ਜੇਕਰ 6ਵੇਂ ਪਾਤਸ਼ਾਹ ਜੀ ਮਹਾਰਾਜ ਕਿਲੇ 'ਚੋਂ ਬਾਹਰ ਨਾ ਆਉਣਗੇ ਅਤੇ ਨਹੀਂ ਤਾਂ ਅਸੀਂ ਤੁਹਾਨੂੰ ਖਾ ਜਾਵਾਂਗੇ। ਇਹ ਡਰ, ਇਹ ਤਰਾਸ ਦੇਣਾ ਕੀਤਾ ਸੀ, ਮਨ ਦੇ ਵਿੱਚ ਡੂੰਘੀ ਚਿੰਤਾ ਦੇ ਵਿੱਚ ਗਿਆ ਹੈ। ਉਸੇ ਵੇਲੇ ਇਹਨੇ ਖਿਆਲ ਕਰਦਿਆਂ ਹੋਇਆਂ ਆਪਣੇ ਵਜ਼ੀਰ ਐਹਲਕਾਰ ਉਹਨੂੰ ਯਾਦ ਕੀਤਾ ਹੈ ਅਤੇ ਸੋਚਣਾ ਕੀਤਾ ਹੈ। ਉਹ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦਾ ਸਿੱਖ ਸਮਝਦਾ ਹੈ, ਕਿਉਂਕਿ ਕਿਉਂ ਨਾ ਉਹਦਾ ਸਾਥ ਲਿਆ ਜਾਵੇ, ਉਹਦੀ ਗੱਲ ਉਹਨੂੰ ਅੱਗੇ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਗੱਲ ਕੀਤੀ ਜਾਵੇ। ਸੋ ਵਜ਼ੀਰ ਖਾਨ ਨੂੰ ਸੱਦਣਾ ਕੀਤਾ ਹੈ ਅਤੇ ਆਣ ਕਰਕੇ ਬਾਦਸ਼ਾਹ ਜਹਾਂਗੀਰ ਕੋਲ ਜਦੋਂ ਨੇੜੇ ਆਏ ਹਨ, ਵਾਰਤਾਲਾਪ ਹੋਈ ਹੈ, ਗੱਲਬਾਤ ਹੋਈ ਹੈ ਅਤੇ ਵਜ਼ੀਰ ਖਾਂ ਕਹਿਣ ਲੱਗਾ ਹੈ ਕਿ ਇਹ ਬਾਦਸ਼ਾਹ ਜਹਾਂ ਪਨਾਹ, ਗੁਰੂ ਸਾਹਿਬ ਜੀ ਬੜੇ ਨਿਰਭਉ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਹੀਂ ਹੈ ਅਤੇ ਬੜੇ ਦਿਆਲੂ ਹਨ, ਉਹਨਾਂ ਦਾ ਸੁਭਾਅ ਬੜਾ ਕਿਰਪਾਲੂ ਹੈ। ਇਸ ਕਰਕੇ ਅਸੀਂ ਜਦੋਂ ਬੇਨਤੀ ਕੀਤੀ ਸੀ, ਝੱਟ ਹੀ ਸਾਡੀ ਉਹਨਾਂ ਬੇਨਤੀ ਸਵੀਕਾਰ ਕੀਤੀ ਅਤੇ ਇੱਥੇ ਆ ਕੇ ਆਪ ਜੀ ਦੇ ਵਾਸਤੇ ਬੰਦਗੀ ਵਿੱਚ ਜੁੜੇ ਹਨ। ਅਜਰ ਨੂੰ ਜਰ ਲੈਂਦੇ ਹਨ, ਐਸੇ ਦਿਆਲਤਾ ਦੇ ਘਰ ਹਨ। ਉਹ ਜਿਹੜੀ ਵਾਰਤਾਲਾਪ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਉਹ ਪ੍ਰਸੰਗ ਆ ਰਹੇ ਹਨ। ਸੋ ਅੱਗੇ ਜਿਵੇਂ ਪ੍ਰਸੰਗ ਚੱਲਦੇ ਹਨ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਪਾਵਨ ਇਤਿਹਾਸ ਦੇ ਨਾਲ ਜੁੜਨਾ ਕਰੀਏ। ਸਾਰੀ ਸੰਗਤ ਮਨ ਨੂੰ ਇਕਾਗਰ ਕਰਦਿਆਂ ਹੋਇਆਂ ਪ੍ਰੇਮ ਸਤਿਕਾਰ ਦੇ ਨਾਲ ਵਾਹਿਗੁਰੂ ਮੰਤਰ ਦੇ ਨਾਲ ਜੁੜੀਏ। ਸਾਰੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਦੋਖੀ ਸਭ ਬਿਆਦ ਉਠਾਈ। ਵਜ਼ੀਰ ਖਾਨ ਬਾਦਸ਼ਾਹ ਜਹਾਂਗੀਰ ਕੋਲ ਕਹਿਣ ਲੱਗਾ ਕਿ ਜਹਾਂ ਪਨਾਹ, ਇਹ ਬਾਦਸ਼ਾਹ ਜੀ, ਜਿਹੜੇ ਗੁਰੂ ਘਰ ਦੇ ਦੋਖੀ ਹਨ, ਉਹਨਾਂ ਨੇ ਤੁਹਾਡੇ ਕੋਲ ਆ ਕਰਕੇ ਤੁਹਮਤਾਂ ਲਾਈਆਂ ਹਨ, ਚੁਗਲੀਆਂ ਕੀਤੀਆਂ ਹਨ, ਨਾ ਕਰਨ ਵਾਲੀਆਂ ਗੱਲਾਂ ਵੀ ਉਹਨਾਂ ਨੇ ਵਧਾ ਚੜ੍ਹਾ ਕੇ ਆਪਣੇ ਵੱਲੋਂ
ਹੋਰ ਲੂਤੀ ਲਾ ਕੇ ਆਪ ਜੀ ਨੂੰ ਕਹਿਣਾ ਕੀਤੀਆਂ ਹਨ। ਧੀਰਗ ਪੀਰਨ ਕੈ ਗੁਰ ਪੀਰ, ਪਰ ਗੁਰੂ ਸਾਹਿਬ ਜੀ ਪੀਰਾਂ ਦੇ ਪੀਰ ਹਨ, ਵੱਡੇ ਵਲੀ ਹਨ। ਅਜਰ ਜਰਨ ਤਰ ਧੀਰ ਅਪੀਰ, ਬੜੇ ਅਜਰ ਨੂੰ ਜਰਨ ਵਾਲੇ ਹਨ, ਬੜੇ ਧੀਰਜਵਾਨ ਹਨ, ਗਹਿਰ ਗੰਭੀਰ ਹਨ। ਤਿਰਨ ਸਮ ਤਨ ਸਨੇਹ ਨਹਿ ਧਰੈ, ਜਿਵੇਂ ਉਹਨਾਂ ਨੂੰ ਆਪਣੇ ਤਨ ਦੇ ਨਾਲ ਰਤੀ ਭਰ ਵੀ ਸਨੇਹ ਨਹੀਂ ਹੈ, ਪਿਆਰ ਨਹੀਂ ਹੈ, ਸਰੀਰ ਨੂੰ ਤ੍ਰਿਣ ਸਮਾਨ ਜਾਣਦੇ ਹਨ। ਸਹਿ ਅਵਗਿਆ ਦੁਸ਼ਟ ਜੇ ਕਰੈ, ਪਰ ਜੇਕਰ ਕੋਈ ਦੁਸ਼ਟ ਉਹਨਾਂ ਦੀ ਅਵਗਿਆ ਕਰੇ, ਨਿਰਾਦਰੀ ਕਰੇ, ਨਾਹੇ ਤਾਂ ਤਿਨਕੇ ਬਾਕਨ ਸੰਗ, ਕਿਉਂਕਿ ਉਹ ਅਜਰ ਨੂੰ ਜਰ ਲੈਂਦੇ ਹਨ। ਜੇਕਰ ਉਹ ਚਾਹਣ ਤੇ ਉਹਨਾਂ ਦੇ ਕਹੇ ਹੋਏ ਬਚਨਾਂ ਦੇ ਨਾਲ ਥਿਰਹਿ ਕੌਣ ਖਿਰਮ ਹੋਏ ਭੰਗ, ਖਿਣ ਦੇ ਵਿੱਚ ਹੀ ਵੱਡੇ ਵੱਡੇ ਦੁਸ਼ਟ ਉਹਨਾਂ ਦੇ ਸਾਹਮਣੇ ਖਤਮ ਹੋ ਜਾਣਗੇ, ਭੰਗ ਹੋ ਜਾਣਗੇ, ਨਾਸ਼ ਹੋ ਜਾਣਗੇ। ਐਸੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਕਤੀਆਂ ਦੇ ਮਾਲਕ ਹਨ। ਬਰਿੰਦ ਸਹਾਇਕ ਕਹੈ ਤੁਮ ਪਾਸ, ਬਰਿੰਦ ਸਹਾਇਕ ਜਿੰਨੇ ਕਾਫੀ ਤੁਹਾਡੇ ਕੋਲ ਕਰਮਚਾਰੀ ਵਸਦੇ ਹਨ, ਜਿਹੜੇ ਤੁਹਾਡੇ ਸਹਾਇਤਾ ਕਰਦੇ ਹਨ ਰਾਜ ਭਾਗ ਦੇ ਵਿੱਚ। ਗੁਰ ਸੰਗ ਵਿਗਰਨ ਕਰਹਿ ਪ੍ਰਕਾਸ਼, ਤੇ ਗੁਰੂ ਘਰ ਦੇ ਨਾਲ ਵਿਗਾੜਨ ਵਾਸਤੇ ਗੁਰੂ ਘਰ ਦੇ ਉਲਟ ਜਾ ਕੇ ਲੂਤੀਆਂ ਲਾਉਂਦੇ ਹਨ। ਨਾ ਕਹਿਣ ਵਾਲੀਆਂ ਗੱਲਾਂ ਆਪਣੇ ਕੋਲੋਂ ਵਧਾ ਚੜਾ ਕਰਕੇ ਬਿਆਨ ਕਰਦੇ ਹਨ। ਜੈ ਰਾਵਰ ਨਿਰਨੈ ਕਬ ਕਰੋ, ਇਹ ਬਾਦਸ਼ਾਹ ਜੀ ਜੇਕਰ ਆਪ ਜੀ ਨਿਰਣਾ ਕਰੋ ਕੀ ਸਹੀ ਹੈ ਕੀ ਗਲਤ ਹੈ, ਇਹਦੀ ਆਪ ਵਿਚਾਰ ਕਰਨਾ ਕਰੋ। ਦੋਸ਼ ਅਦੋਸ਼ੀ ਤਬ ਔਰ ਧਰੋ, ਤਦੋਂ ਕਿਹੜਾ ਦੋਸ਼ੀ ਹੈ ਕਿਹੜਾ ਨਿਰਦੋਸ਼ ਹੈ, ਜੇਕਰ ਤੁਸੀਂ ਨਿਰਣਾ ਕਰੋਗੇ, ਵਿਚਾਰ ਕਰੋਗੇ, ਤੁਹਾਡੇ ਸਾਹਮਣੇ ਆਪ ਹੀ ਪ੍ਰਗਟ ਹੋ ਜਾਵੇਗਾ ਕਿਹੜਾ ਦੋਸ਼ੀ ਹੈ ਤੇ ਕਿਹੜਾ ਨਿਰਦੋਸ਼ ਹੈ। ਵੱਡੇ ਪਾਤਸ਼ਾਹਨ ਪਰ ਆਦ, ਵੱਡੇ ਪਾਤਸ਼ਾਹ ਇਤਿਆਦਿਕ ਜਿਹੜੇ ਪਹਿਲਾਂ ਹੋਏ ਹਨ, ਔਰ ਤੁਮ ਪਰ ਗੁਰ ਕਰਹਿ ਪ੍ਰਸਾਦ, ਤੁਹਾਡੇ ਬਾਦਸ਼ਾਹੀ ਉੱਪਰ ਗੁਰੂ ਸਾਹਿਬ ਜੀ ਦੀ ਕਿਰਪਾ ਵਰਤ ਰਹੀ ਹੈ। ਭਾਵ ਤੁਹਾਡੇ ਪਹਿਲੇ ਜਿੰਨੇ ਪੂਰਵਜ ਹਨ ਉਹਨਾਂ ਉੱਪਰ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਰਪਾ ਵਰਤਦੀ ਆ ਰਹੀ ਹੈ। ਪ੍ਰਥਮ ਭੈ ਬਾਵਰ ਚਵਗੱਤਾ, ਤੁਹਾਡਿਆਂ ਪੂਰਬਾਂ ਵਿੱਚੋਂ ਜਿਹੜਾ ਬਾਬਰ ਚੁਗੱਤਾ ਹੋਇਆ ਹੈ, ਸ੍ਰੀ ਗੁਰੂ ਨਾਨਕ ਤਿਨ ਕੋ ਵਰ ਦਿੱਤਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨੂੰ ਅਜਮਤ ਸਹਿਤ ਬਚਨ ਕਹਿਣਾ ਕੀਤੇ ਸਨ। ਅਜਮਤ ਪਿਖ ਕਰ ਭੰਗ ਚੜਾਈ, ਜਿਹੜੀ ਚੜ੍ਹਾਈ ਕਰਦੇ ਸੀ ਵਾਰ-ਵਾਰ ਆਮ ਜਨਤਾ ਨੂੰ ਲੁੱਟਣਾ, ਸਿਪਾਹੀ ਆ ਕੇ ਕਸੂਰਵਾਰ ਬਿਨਾਂ ਕਸੂਰਵਾਰ ਨੂੰ ਵੀ ਦੰਡ ਦਿੰਦੇ ਸਨ। ਗੁਰੂ ਸਾਹਿਬ ਜੀ ਦੀ ਆਗਿਆ ਪਾ ਕਰਕੇ ਉਹਨੇ ਇਸ ਤਰ੍ਹਾਂ ਦੀ ਜਿਹੜੀ ਨਿਰਾਦਰੀ ਕਰਨੀ ਸੀ ਉਹ ਭੰਗ ਭਾਵ ਖਤਮ ਕਰ ਦੇਣਾ ਕੀਤੀ ਸੀ। ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਪੁਸ਼ਤਨ ਕੀ ਪਾਤਸ਼ਾਹਤ ਪਾਈ, ਤੇ ਪੁਸ਼ਤਾਂ ਦੀ ਭਾਵ ਲੰਮੀਆਂ ਪੁਸ਼ਤਾਂ ਤੱਕ ਉਹਨੇ ਪਾਤਸ਼ਾਹੀ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕੀਤੀ। ਬਹਰ ਹੁਮਾਓ ਸ਼ਾਹ ਪਰਬੀਨ, ਭਾਵ ਉਹਨਾਂ ਤੋਂ ਅੱਗੇ ਉਹਨਾਂ ਦੇ ਸੁਪੁੱਤਰ ਬਾਦਸ਼ਾਹ ਹਮਾਯੂ ਹੋਏ ਹਨ। ਸ਼ੀਨ ਸਲਮੇ ਸ਼ਾਹ ਸ਼ਤਲੀਨ, ਤੇ ਉਹਦਾ ਸ਼ੇਰ ਸ਼ਾਹ ਸੂਰੀ ਦੇ ਨਾਲ ਜੰਗ ਹੋਇਆ ਤੇ ਜੰਗ ਦੇ ਦੌਰਾਨ ਬਾਦਸ਼ਾਹ ਹਮਾਯੂ ਉਹ ਰਣ ਭੂਮੀ ਦੇ ਵਿੱਚੋਂ ਹਾਰ ਗਿਆ। ਚਲਿਓ ਵਲਾਇਤ ਮਗ ਤਿਸ ਗਇਓ, ਜਦੋਂ ਵਾਪਸ ਆਪਣੇ ਦੇਸ਼ ਨੂੰ ਜਾ ਰਿਹਾ ਸੀ ਉਸ ਸਮੇਂ ਸ਼੍ਰੀ ਗੁਰ ਅੰਗਦ ਤਿਸ ਥਲ ਭਇਓ, ਜਿਸ ਪਵਿੱਤਰ ਸਥਾਨ ਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਟਿਕੇ ਹੋਏ ਸਨ, ਸ਼੍ਰੀ ਗੁਰੂ ਨਾਨਕ ਗਾਦੀ ਪਰ ਥਿਰੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਉੱਪਰ ਬਿਰਾਜਮਾਨ ਸਨ। ਗ੍ਰਾਮ ਖਡੂਰ ਬਾਸ ਕੋ ਕਰੈ, ਤੇ ਨਗਰ ਸ੍ਰੀ ਖਡੂਰ ਸਾਹਿਬ ਵਿਖੇ ਉਹਨਾਂ ਨੇ ਵਾਸਾ ਕੀਤਾ ਸੀ। ਬਾਰਹਿਤ ਗਇਓ ਰਹਿਓ ਟਿਗ ਖਰਿਓ, ਤੇ ਹਮਾਯੂ ਬਾਰਹਿਤ ਚੰਗੇ ਵਰ ਲੈਣ ਵਾਸਤੇ ਗੁਰੂ ਸ਼ਰਨ ਵਿੱਚ ਗਿਆ ਸੀ। ਕਿਤਕ ਕਾਲ ਬੀਤਿਓ ਥਕ ਪਰਿਓ, ਕੁਝ ਸਮਾਂ ਭਾਵ
ਟੇਕ ਕਰਕੇ ਵੇਟ ਕਰਨੀ ਪਈ, ਜਾਂ ਕਹਿ ਲਈਏ ਕੁਝ ਸਮਾਂ ਇੰਤਜ਼ਾਰ ਕਰਨਾ ਪਿਆ। ਗੁਰੂ ਬਾਰਕਨ ਸੰਗ ਰਚ ਰਹੇ। ਤੇ ਉਸ ਸਮੇਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਨੂੰ 35 ਪੜ੍ਹਾ ਰਹੇ ਸਨ। ਗੁਰਮੁਖੀ ਜਿਹੜੀ ਭਾਸ਼ਾ ਹੈ ਉਹਦਾ ਬੋਧ ਕਰਾ ਰਹੇ ਸਨ। ਪਾਤਸ਼ਾਹ ਸੰਗ ਨਹਿ ਕਿਛ ਕਾਹੇ। ਉਸ ਸਮੇਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਦਸ਼ਾਹ ਦੇ ਨਾਲ ਕਿਸੇ ਤਰ੍ਹਾਂ ਦੀ ਵਾਰਤਾਲਾਪ, ਕੋਈ ਗੱਲਬਾਤ ਨਹੀਂ ਕਰਨਾ ਕੀਤੀ। ਹੋਰ ਸ਼ਰਦਾ ਪਰਖਣ ਕੇ ਹੇਤ। ਤੇ ਕੇਵਲ ਬਾਦਸ਼ਾਹ ਹਮਾਯੂ ਦੇ ਹਿਰਦੇ ਵਿੱਚ ਸ਼ਰਧਾ ਵੇਖਣ ਵਾਸਤੇ ਹੀ ਨਹਿ ਬੋਲੇ ਗੁਰ ਕਿਰਪਾ ਨਕੇਤ। ਕਿਰਪਾ ਦੇ ਘਰ, ਨਿਕੇਤ ਕਹਿ ਲਈਏ, ਕਿਰਪਾ ਨਿਕੇਤ, ਕਿਰਪਾ ਦੇ ਘਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ, ਕਿਉਂਕਿ ਉਸ ਸਮੇਂ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਸਨ ਤੇ ਨਾਲੇ ਬਾਦਸ਼ਾਹ ਹਮਾਯੂ ਦੇ ਹਿਰਦੇ ਦੀ ਸ਼ਰਧਾ ਵੇਖਣ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਸੇ ਤਰ੍ਹਾਂ ਦੇ ਵਚਨ ਨਹੀਂ ਕੀਤੇ। ਸ਼ਾਹ ਹਿਰਦੈ ਰਿਸ ਕੋ ਉਪਜਾਏ। ਤੇ ਬਾਦਸ਼ਾਹ ਹਮਾਯੂ ਨੇ ਆਪਣੇ ਹਿਰਦੇ ਵਿੱਚ ਗੁੱਸਾ ਪੈਦਾ ਕੀਤਾ, ਭਾਵ ਮਨ ਦੇ ਵਿੱਚ ਖਿਆਲ ਆਇਆ ਕਿ ਮੇਰੇ ਵੱਲ ਸੱਚੇ ਪਾਤਸ਼ਾਹ ਜੀ ਤੱਕਦੇ ਨਹੀਂ, ਇਹਨਾਂ ਨੂੰ ਕਾਹਦਾ ਹੰਕਾਰ ਹੈ। ਐਵੇਂ ਫਕੀਰੀ ਹਾਲਤ ਵੇਖ ਕਰਕੇ ਮਨ ਦੇ ਵਿੱਚ ਗੁੱਸਾ ਉਤਪਨ ਹੋਇਆ। ਮਮ ਦਿਸ ਨਹੀਂ ਦ੍ਰਿਸ਼ਟ ਕੋ ਲਾਏ। ਕਿਸੇ ਤਰ੍ਹਾਂ ਵੀ ਉਹਨਾਂ ਨੇ ਸਾਡੇ ਵੱਲ ਵੇਖਣਾ ਨਹੀਂ ਕੀਤਾ, ਤੱਕਣਾ ਹੀ ਨਹੀਂ ਕੀਤਾ ਹੈ। ਨਿਕਟ ਬਿਠਾਵਨ ਕਹੇ ਸਨਮਾਨ। ਭਾਵ ਅਸੀਂ ਦੇਸ਼ ਦੇ ਬਾਦਸ਼ਾਹ ਹਾਂ ਤੇ ਸਾਡਾ ਸਨਮਾਨ ਕਰਨਾ ਇਹਨਾਂ ਦਾ ਯੋਗ ਬਣਦਾ ਹੈ, ਭਾਵ ਸਾਨੂੰ ਸਨਮਾਨ ਤੇ ਨਹੀਂ ਦੇਣਾ ਕੀਤਾ ਹੈ। ਸੋ ਤਉ ਕਹਿ ਰਹਿਓ ਕਹਾਂ ਇਹ ਠਾਨ। ਭਾਵ ਉਹਨਾਂ ਨੇ ਸਾਡਾ ਸਨਮਾਨ ਤੇ ਨਹੀਂ ਕੀਤਾ, ਸਗੋਂ ਆਪ ਚੁੱਪ ਕਰਕੇ ਰਹੇ ਹਨ, ਸਾਡੇ ਨਾਲ ਕੋਈ ਗੱਲਬਾਤ ਹੀ ਨਹੀਂ ਕੀਤੀ ਹੈ। ਕਰਿਓ ਅਹੰਕਾਰ ਨਾ ਜਾਣਹਿ ਸ਼ਾਹੂ। ਤੇ ਬਾਦਸ਼ਾਹ ਨੇ ਸੋਚਿਆ ਕਿ ਇਹ ਮਨ ਦੇ ਵਿੱਚ ਹੰਕਾਰ ਕਰਦੇ ਹਨ, ਬਾਦਸ਼ਾਹ ਸਾਨੂੰ ਨਹੀਂ ਜਾਣਦੇ ਹਨ। ਧਰਿਓ ਦਸਤ ਆਸ ਕਬਜੇ ਮਾਹੂ। ਤੇ ਖੋਟੀ ਬੁੱਧੀ ਨੇ ਮਨ ਦੇ ਵਿੱਚ ਐਵੇਂ ਵਲਵਲੇ ਧਰਦਿਆਂ ਹੋਇਆਂ ਇਹਦਾ ਹੱਥ ਬਾਦਸ਼ਾਹ ਹਮਾਯੂ ਦਾ ਕਿਰਪਾਨ ਨੂੰ ਜਦੋਂ ਪੈਣਾ ਕੀਤਾ ਖੈਂਚ ਪਰਹਾਰੋਂ ਦੋ ਤਰ ਕਰੋ। ਤੇ ਸੋਚਦਾ ਹੈ ਮੈਂ ਕਿਰਪਾਨ ਕੱਢ ਕੇ ਇਸ ਫਕੀਰ ਦੇ 2 ਟੁਕੜੇ ਕਰ ਦੇਵਾਂਗਾ। ਥਿਰੋ ਨਾ ਪੁੰਨ ਮਾਰਗ ਚੱਲ ਪਰੋਂ। ਤੇ ਫਿਰ ਮੈਂ ਆਪਣੇ ਦੇਸ਼ ਵਾਪਸ ਜਿਹੜੀ ਗਜਨੀ ਦਾ ਇਲਾਕਾ ਹੈ ਉੱਥੇ ਚਲਿਆ ਜਾਵਾਂਗਾ। ਖੜਗ ਮੁਸ਼ਟ ਸੋ ਕਰ ਲੱਗ ਰਹਿਓ। ਜਦੋਂ ਉਹਨੇ ਕਿਰਪਾਨ ਨੂੰ ਹੱਥ ਪਾਇਆ ਉਸੇ ਵੇਲੇ ਉਹਦਾ ਹੱਥ ਕਿਰਪਾਨ ਦੀ ਮੁੱਠੀ ਦੇ ਨਾਲ ਹੀ ਜੁੜਿਆ ਰਿਹਾ। ਛੁਟੇ ਨਾ ਨਿਗਸੈ ਬਲ ਕਰ ਲਹਿਓ। ਬੜਾ ਬਲ ਲਾਉਣਾ ਕੀਤਾ, ਬੜੀ ਸ਼ਕਤੀ ਵਰਤਣਾ ਕੀਤੀ, ਜਿੰਨਾ ਜ਼ੋਰ ਸੀ ਲਾ ਦਿੱਤਾ, ਪਰ ਉਹਦਾ ਹੱਥ ਕਿਰਪਾਨ ਦੀ ਮੁੱਠੀ ਦੇ ਨਾਲੋਂ ਨਾ ਲੱਥ ਸਕਿਆ। ਬਾਹਰ ਬਿਨੈ ਕਰ ਚਾਹੇ ਬਖਸ਼ਾਵਨ। ਫਿਰ ਹਿਰਦੇ ਵਿੱਚ ਬੇਨਤੀਆਂ ਕੀਤੀਆਂ, ਹੇ ਇਸ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਮੈਂ ਵੱਡੀ ਭੁੱਲ ਕਰ ਲੈਣ ਲੱਗਾ ਸੀ, ਮੈਂ ਬੜਾ ਦੁਖੀ ਬਣ ਲੱਗਾ ਸੀ, ਮੈਨੂੰ ਮਾਫ ਕਰ ਦਿਓ। ਜਦੋਂ ਐਵੇਂ ਬੇਨਤੀਆਂ ਕੀਤੀਆਂ ਬੋਲੇ ਸ਼੍ਰੀ ਗੁਰ ਅੰਗਦ ਜਸ ਪਾਵਨ। ਉਸ ਸਮੇਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਸ ਨੂੰ ਵਰਤਾਉਂਦਿਆਂ ਆਇਆ ਮੁਖਾਰਬਿੰਦ ਤੋਂ ਉਹਨਾਂ ਨੇ ਉਚਾਰਨ ਕੀਤਾ, ਖੜਗ ਮੁਸ਼ਟ ਪਰ ਧਰ ਕਰ ਹਾਥ। ਇਹ ਬਾਦਸ਼ਾਹ ਤੂੰ ਆਪਣੀ ਮੁੱਠੀ ਤਲਵਾਰ ਦੇ ਭਾਵ ਜਿਹੜੀ ਮੁੱਠ ਹੈ ਤਲਵਾਰ ਦੀ ਆਪਣੇ ਹੱਥ ਵਿੱਚ ਫੜਨ ਲੱਗਾ ਹੈ। ਹਾਤਨ ਚਹਿਤ ਹਮਕੋ ਰਿਸ ਸਾਥ। ਜਿਹੜਾ ਗੁੱਸਾ ਸਾਡੇ ਉੱਪਰ ਕੱਢਣ ਲੱਗਾ ਹੈ, ਜਿਹੜਾ ਹੰਕਾਰ ਸਾਡੇ ਉੱਪਰ ਕੱਢਣ ਲੱਗਾ ਹੈ, ਨਹੀਂ ਸਲੇਮ ਸ਼ਾਹ ਪਰ ਕੋਪਾ। ਇਹ ਜਿਹੜਾ ਤੇਰਾ ਗੁੱਸਾ ਹੈ, ਇਹ ਜਿਹੜਾ ਤੇਰਾ ਹੰਕਾਰ ਹੈ, ਬਾਦਸ਼ਾਹ ਸਲੇਮ ਸ਼ਾਹ ਸ਼ੇਰ ਸ਼ਾਹ ਸੂਰੀ ਅੱਗੇ ਤੇਰਾ ਨਹੀਂ ਨਿਕਲਿਆ, ਭਾਵ ਉੱਥੇ ਤੇਰੇ ਤੋਂ ਇਹ ਸ਼ਕਤੀ ਨਹੀਂ ਵਰਤਾਈ ਗਈ ਹੈ। ਦਿਓ ਨਿਕਾਸ ਮਹਾਰਨ ਰੂਪਾ। ਮਹਾਨ ਰਣ ਭੂਮੀ ਦੇ ਵਿੱਚੋਂ, ਯੁੱਧ ਭੂਮੀ ਵਿੱਚੋਂ ਤੈਨੂੰ ਹਰਾ ਕੇ ਪਿੱਛੇ ਧੱਕ ਦੇਣਾ ਕੀਤਾ ਹੈ। ਖੜਗ ਮੁਸ਼ਟ ਜੇ ਧਰਤ ਨ ਕਰ ਕੋ। ਜੇਕਰ ਤੂੰ ਇਸ ਵੇਲੇ ਕਿਰਪਾਨ ਦੀ ਮੁੱਠੀ ਨੂੰ ਹੱਥ ਨਾ ਪਾਉਂਦਾ, ਆਭੀ ਲੇਤ ਰਾਜ ਬੜ ਧਰ ਕੋ। ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਵਿੱਚ ਆਇਆ ਸੀ, ਜੇਕਰ ਤੂੰ ਹੁਣ ਕਿਰਪਾਨ ਦੀ ਮੁੱਠੀ ਨੂੰ ਹੱਥ ਨਾ ਪਾਉਂਦਾ
ਹੁਣ ਹੀ ਇਸ ਸਮੇਂ ਹੀ ਤੈਨੂੰ ਰਾਜ ਭਾਗ ਜਿਹੜਾ ਹੈ ਪ੍ਰਾਪਤ ਹੋ ਜਾਣਾ ਸੀ। ਤਉ ਆਸ ਧਰ ਚਲ ਟਿਕ ਆਵਾ। ਤੂੰ ਜੇਕਰ ਮਨ ਦੇ ਵਿੱਚ ਆਸ ਧਰ ਕੇ ਆਉਂਦਾ ਤਾਂ ਭਾਵ ਫਿਰ ਵੀ ਜੇਕਰ ਤੂੰ ਆਸ ਲੈ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਵਿੱਚ ਆਇਆ ਹੈ, ਗਮਨ ਅਬੇ ਵਲਾਇਤ ਥਾਵਾ। ਉਸ ਸਮੇਂ ਇਹ ਜਿਹੜੀ ਸਾਰੀ ਗੱਲਬਾਤ ਹੈ ਵਜ਼ੀਰ ਖਾਂ ਬਾਦਸ਼ਾਹ ਜਹਾਂਗੀਰ ਦੇ ਨਾਲ ਕਰ ਰਿਹਾ ਹੈ ਕਿ ਉਸ ਸਮੇਂ ਬਾਦਸ਼ਾਹ ਹਮਾਯੂ ਨੂੰ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਹਿਣਾ ਕੀਤਾ, ਹੁਣ ਤੂੰ ਆਪਣੇ ਦੇਸ਼ ਗਜਨੀ ਇਲਾਕੇ ਵਿੱਚ ਵਾਪਸ ਚਲਿਆ ਜਾ। ਲਸ਼ਕਰ ਵੱਡ ਸਕੇਲ ਚੱਲ ਆਵੋ। ਜਦੋਂ ਵੱਡਾ ਲਸ਼ਕਰ ਲਾਓ, ਲਸ਼ਕਰ ਲੈ ਕੇ ਤੂੰ ਫਿਰ ਹਮਲਾ ਕਰੇਗਾ। ਆਪਨੋ ਰਾਜ ਨਿਸੰਸੈ ਪਾਵੋ। ਬਿਨਾ ਨਿਸੰਸੇ, ਬਿਨਾ ਦੇਰੀ ਤੋਂ, ਬਿਨਾ ਸ਼ੱਕ ਤੋਂ ਤੈਨੂੰ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ। ਇਸ ਮਹਿ ਕਾਰਨ ਹੈ ਵੱਡ ਐਸੀ। ਇਸ ਦੇ ਵਿੱਚ ਵੀ ਵੱਡੀ ਕਾਰਨ ਵਡਿਆਈ ਹੈ, ਸ੍ਰੀ ਗੁਰੂ ਨਾਨਕ ਬਾਰ ਨਿਫਲ ਨ ਕੈਸੀ। ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕਹੇ ਹੋਏ ਮੁਖਾਰ ਬਿਨ ਤੋਂ ਬਚਨ ਵਾਪਸ ਨਹੀਂ ਜਾਣਗੇ। ਉਹਨਾਂ ਨੇ ਕਹਿਣਾ ਕੀਤਾ ਕਿ 7 ਪੁਸ਼ਤਾਂ ਤੱਕ ਤੁਹਾਡਾ ਰਾਜ ਭਾਗ ਚੱਲੇਗਾ। ਸ੍ਰੀ ਗੁਰ ਅੰਗਦ ਕੇ ਸੁਣ ਕਰ ਬੈਨ। ਤਦੋਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬਚਨ ਮੰਨ ਕੇ, ਬਚਨ ਸੁਣ ਕੇ ਬੰਧਨ ਕੀਨਸ ਲੱਜਤ ਨੈਣ। ਬੜਾ ਲੱਜਤ ਸਹਿਤ ਹੋ ਕਰਕੇ, ਸ਼ਰਮਸਾਰ ਹੋ ਕਰਕੇ ਉਸ ਸਮੇਂ ਬਾਦਸ਼ਾਹ ਹਮਾਯੂ ਨੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੰਦਨਾ ਕੀਤੀ, ਨਮਸਕਾਰ ਕਰਨਾ ਕੀਤੀ। ਖੜਗ ਮੁਸ਼ਟ ਤੇ ਛੁੱਟ ਗਾ ਹਾਥ। ਉਸ ਸਮੇਂ ਫਿਰ ਬਾਦਸ਼ਾਹ ਹਮਾਯੂ ਦਾ ਜਿਹੜਾ ਹੱਥ ਕਿਰਪਾਨ ਦੇ ਨਾਲ, ਕਿਰਪਾਨ ਦੀ ਮੁੱਠੀ ਦੇ ਨਾਲ ਅੜਿਆ ਹੋਇਆ ਹੈ, ਚਿੰਬੜਿਆ ਹੋਇਆ ਸੀ, ਛੱਡ ਗਿਆ, ਭਾਵ ਛੁੱਟ ਗਿਆ। ਚੜ ਗਮਨਿਓ ਤੂਰਨਤਾ ਸਾਥ। ਬੜੀ ਜਲਦੀ ਨਾਲ, ਤੂਰਨਤਾ ਤੋਂ ਭਾਵ ਕਾਲੀ ਨਾਲ, ਛੇਤੀ ਨਾਲ ਆਪਣੇ ਦੇਸ਼ ਵਾਪਸ ਜਾਣਾ ਕੀਤਾ। ਜਾਏ ਵਲਾਇਤ ਲਸ਼ਕਰ ਲਿਆਇਓ। ਜਾ ਕਰਕੇ ਵਾਪਸ ਵੱਡਾ ਲਾਓ ਲਸ਼ਕਰ ਸੈਨਾ ਲੈ ਕੇ ਆਇਆ। ਬਹਰ ਰਾਜ ਦਿੱਲੀ ਕਹ ਪਾਇਓ। ਫਿਰ ਉਹਨੇ ਸ਼ੇਰ ਸ਼ਾਹ ਸੂਰੀ ਨੂੰ ਰਣ ਭੂਮੀ ਵਿੱਚੋਂ ਹਰਾਇਆ ਤੇ ਆਪਣਾ ਰਾਜ ਭਾਗ ਫਿਰ ਸਥਾਪਿਤ ਕੀਤਾ, ਭਾਵ ਰਾਜ ਭਾਗ ਉੱਪਰ ਕਾਇਮ ਹੋਇਆ। ਤਿਨ ਕੈ ਸੁਤ ਅਕਬਰ ਬਾਦਸ਼ਾਹੋ। ਤੇ ਹਮਾਯੂ ਦਾ ਅੱਗੇ ਪੁੱਤਰ ਬਾਦਸ਼ਾਹ ਅਕਬਰ ਹੋਇਆ ਹੈ, ਸ੍ਰੀ ਗੁਰ ਅਮਰਦਾਸ ਕੇ ਪਾਹੂ। ਜਿਹੜਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਗਿਆ ਸੀ। ਲੈ ਕਰ ਬਾਰ ਚਤੌਰ ਕੋ ਤੋਰਾ। ਉਹਨੇ ਵੀ ਆਣ ਕਰਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਜਿਹੜਾ ਚਤੌੜਗੜ੍ਹ ਦਾ ਕਿਲ੍ਹਾ ਹੈ ਉਹ ਫਤਿਹ ਨਹੀਂ ਹੋ ਰਿਹਾ। ਆਪ ਜੀ ਅਰਦਾਸ ਬੇਨਤੀ ਕਰਨਾ ਕਰੋ, ਜਿਹੜਾ ਚਤੌੜਗੜ੍ਹ ਦਾ ਕਿਲ੍ਹਾ ਹੈ ਫਤਿਹ ਹੋ ਜਾਵੇ। ਉਸ ਸਮੇਂ ਅਰਦਾਸ ਵਾਸਤੇ ਇਹ ਆਪ ਚੱਲ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਸੀ। ਗਮਨ ਕੇਨ ਪੁਣ ਲਵ ਪਰ ਓਰਾ। ਤੇ ਵਾਪਸ ਫਿਰ ਲਾਹੌਰ ਨੂੰ ਜਾਂਦਿਆਂ ਹੋਇਆਂ ਗੋਇੰਦਵਾਲ ਮਿਲਿਓ ਤਬ ਜਾਏ। ਤਦੋਂ ਧੰਨ ਸ਼੍ਰੀ ਗੁਰੂ ਅੰਗਦ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਦਸ਼ਾਹ ਆਪ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕਰਕੇ ਆਪ ਗੁਰੂ ਸਾਹਿਬ ਜੀ ਦੇ ਚਰਨ ਵਿੱਚ ਗਿਆ ਸੀ। ਗ੍ਰਾਮ ਪਰਗਨਾ ਭੇਟ ਚੜਾਏ। ਤੇ ਗ੍ਰਾਮ ਇੱਕ ਪਰਗਣਾ ਤੇ ਕਾਫੀ ਪਿੰਡ ਇੱਕ ਪਰਗਣੇ ਦੇ ਨਾਲ ਹੁੰਦੇ ਹਨ। ਇਹ ਜਿਹੜੀ ਸਾਰੀ ਕਾਰ ਟੈਕਸ ਸੀ ਉਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਸੌਂਪਣਾ ਕੀਤੀ। ਉਸ ਸਮੇਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਲੰਗਰ ਵਾਸਤੇ ਇਹ ਜਿਹੜੀ ਕਾਰ ਭੇਟਾ ਸੀ ਸਵੀਕਾਰ ਕੀਤੀ। ਉਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਕਿਸੇ ਤਰ੍ਹਾਂ ਦੀ ਕੋਈ ਕਾਰ ਭੇਟਾ ਨਹੀਂ ਸਵੀਕਾਰੀ, ਕੇਵਲ ਗੁਰੂ ਘਰ ਦੇ ਲੰਗਰ ਵਾਸਤੇ ਹੀ ਜਿਹੜੀ ਕਾਰ ਭੇਟਾ ਸੀ ਸਵੀਕਾਰ ਕਰਨਾ ਕੀਤੀ ਸੀ। ਬਿਨਤੀ ਕਹੈ ਪ੍ਰਸੰਨ ਬਹੁ ਕਰੇ। ਤੇ ਬੇਨਤੀ ਕਰਕੇ ਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਗ੍ਰਹਿਣ ਕੀਤੀ ਸੀ। ਅਦਕ ਪ੍ਰੀਤ ਔਰ ਸ਼ਰਧਾ ਧਰੇ। ਜਿਹੜੇ ਪਹਿਲਾਂ ਬਾਦਸ਼ਾਹ ਹੋਏ ਹਨ ਬੜੇ ਸ਼ਰਧਾ ਧਾਰ ਕਰਕੇ, ਪ੍ਰੀਤੀ ਕਰਕੇ ਗੁਰੂ ਘਰ ਅੱਗੇ ਨਿਉ ਕੇ ਰਹੇ ਹਨ, ਨਮਸਕਾਰ ਕਰਦੇ ਰਹੇ ਹਨ। ਤਿਨ ਕੈ ਪੁੱਤਰ ਆਪ ਅਬ ਆਹੋ। ਤੇ ਬਾਦਸ਼ਾਹ ਅਕਬਰ ਦੇ ਸਪੁੱਤਰ ਹੁਣ ਤੁਸੀਂ ਹੋ, ਬਾਦਸ਼ਾਹ ਜਹਾਂਗੀਰ ਜੀ। ਪਿਤਾ ਪਤਾਮਾ ਕੇ ਸਮ ਰਹੋ। ਜਿਹੜਾ ਪਿਤਾ ਪਿਤਾਮਾ ਭਾਵ ਜਿਹੜੇ ਤੁਹਾਡੇ ਪੂਰਵਜ ਹੋਏ ਹਨ, ਜਿਹੜੇ ਤੁਹਾਡੇ ਵੱਡੇ ਪੁਰਖੇ ਹੋਏ ਹਨ, ਉਹਨਾਂ ਵਾਂਗ ਹੀ ਆਪ
ਗੁਰੂ ਘਰ ਦੇ ਪ੍ਰਥਾਏ ਰਹਿਣਾ ਕਰੋ। ਕਰੋ ਪ੍ਰਸੰਨ ਲਿਹੋ ਬਰ ਆਛੇ। ਤੇ ਗੁਰੂ ਘਰ ਦੇ ਵਿੱਚੋਂ ਪ੍ਰਸੰਨਤਾ ਹਾਸਲ ਕਰੋ ਤੇ ਚੰਗੇ ਵਰ ਚੰਗੇ ਰਾਜ ਭਾਗ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ। ਪੂਰਹਿ ਗੁਰੂ ਮਨੋਰਥ ਬਾਛੇ। ਗੁਰੂ ਸਾਹਿਬ ਜੀ ਮਹਾਰਾਜ ਆਪਣੇ ਸੇਵਕਾਂ ਦੇ ਮਨੋਰਥ ਜਿਹੜੇ ਹਨ ਸੰਪੂਰਨ ਕਰਦੇ ਹਨ। ਜਹਾਂਗੀਰ ਸੁਣ ਬਹੁਤ ਪ੍ਰਸੰਨ। ਇਹ ਬਾਦਸ਼ਾਹ ਜਹਾਂਗੀਰ ਜਦੋਂ ਵਜ਼ੀਰ ਖਾਨ ਦੇ ਨਾਲ ਗੱਲਬਾਤ ਕਰ ਰਿਹਾ ਹੈ ਤੇ ਵਜ਼ੀਰ ਖਾਨ ਹੀ ਸਾਰੀ ਵਾਰਤਾਲਾਪ ਗੱਲਬਾਤ ਦੱਸ ਰਿਹਾ ਹੈ ਗੁਰੂ ਘਰ ਦੀ ਅਜ਼ਮਤ, ਗੁਰੂ ਘਰ ਦੀ ਸ਼ਕਤੀ। ਜਦੋਂ ਇਹ ਸਾਰੀ ਵਾਰਤਾਲਾਪ ਸੁਣੀ ਤੇ ਬਾਦਸ਼ਾਹ ਜਹਾਂਗੀਰ ਬੜਾ ਪ੍ਰਸੰਨ ਹੋਇਆ, ਆਨੰਦ ਪ੍ਰਸੰਨ ਹੋਇਆ ਹੈ। ਕਹੈ ਵਜ਼ੀਰ ਖਾਂ ਕੋ ਧੰਨ ਧੰਨ। ਤੇ ਕਹਿਣਾ ਕੀਤਾ, ਹੈ ਵਜ਼ੀਰ ਖਾਨ ਤੂੰ ਬੜਾ ਧੰਨ ਹੈ, ਤੇਰਾ ਬੜਾ ਚੰਗਾ ਸੁਭਾਅ ਹੈ, ਤੂੰ ਬੜਾ ਵੱਡਾ ਜਾਣਕਾਰ ਹੈ। ਦੀਨ ਬਹੁ ਮੋਲਾ ਸਿਰ ਪਾਏ। ਉਸ ਸਮੇਂ ਬਾਦਸ਼ਾਹ ਨੇ ਆਪਣੇ ਵੱਲੋਂ ਬਹੁਤ ਅਮੋਲ ਪੁਸ਼ਾਕ ਜਿਹੜੀ ਸੀ ਉਹ ਵਜ਼ੀਰ ਖਾਨ ਨੂੰ ਦੇਣਾ ਕੀਤੀ। ਪੰਜ ਸਹੰਸਰ ਧਨ ਮੰਗਵਾਏ। ਤੇ 5000 ਰੁਪਈਆ ਜਿਹੜਾ ਧਨ ਸੀ ਉਹ ਆਪ ਮੰਗਵਾ ਕਰਕੇ ਉਚਰੀ ਬਾਤ ਅਪੂਰਬ ਨੀਕੀ। ਤੇ ਕਿਉਂਕਿ ਇਹ ਭੇਟਾ ਦੇਣਾ ਕੀਤੀ ਤੇ ਕਹਿਣਾ ਕੀਤਾ, ਵਜ਼ੀਰ ਖਾਂ ਤੂੰ ਬੜੀ ਚੰਗੀ ਗੱਲਬਾਤ ਕਰਨਾ ਕੀਤੀ ਹੈ, ਚੰਗੀ ਨੀਤੀ ਮੈਨੂੰ ਸਮਝਾਉਣਾ ਕੀਤੀ ਹੈ। ਭਾਵ ਗੁਰੂ ਘਰ ਦੇ ਨਾਲ ਗੁਰੂ ਘਰ ਦੇ ਵਿਰੋਧੀ ਨਹੀਂ ਬਣਨਾ ਚਾਹੀਦਾ। ਇਹ ਚੰਗੀ ਨੀਤੀ ਜਿਹੜੀ ਹੈ ਇਹ ਤੂੰ ਮੈਨੂੰ ਸਮਝਾਉਣਾ ਕੀਤੀ ਹੈ। ਮਹਦ ਸੁਖਦ ਸਦਹੀ ਪ੍ਰ ਜੀ ਕੀ। ਤੇ ਸਦਾ ਹੀ ਸੁੱਖ ਦੇਣ ਵਾਲੀ ਤੁਹਾਡੀ ਜਿਹੜੀ ਨੀਤੀ ਹੈ, ਤੁਹਾਡੀ ਜਿਹੜੀ ਇਹ ਬੇਨਤੀ ਰੂਪ ਜਾਂ ਕਹਿ ਲਈਏ ਜਾਣਕਾਰੀ ਰੂਪ ਇਹ ਜਿਹੜੀ ਤੁਸਾਂ ਮਨੇ ਮੈਨੂੰ ਜਾਣਕਾਰੀ ਦੇਣਾ ਕੀਤੀ ਹੈ। ਬਿਨੈ ਕਰੋ ਅਬ ਲੈ ਕਰ ਆਵੋ। ਤੇ ਹੁਣ ਬਾਦਸ਼ਾਹ ਨੇ ਆਪ ਵਜ਼ੀਰ ਖਾਨ ਨੂੰ ਭੇਜਣ ਵਾਸਤੇ ਕਹਿਣਾ ਕੀਤਾ, ਆਪ ਹੁਣ ਜਾਓ, ਮੇਰੇ ਵੱਲੋਂ ਬੇਨਤੀ ਕਰਨਾ ਕਰੋ, ਅਰਜ਼ ਕਰਨਾ ਕਰੋ, ਗੁਰੂ ਸਾਹਿਬ ਅੱਗੇ ਬੇਨਤੀ ਕਰੋ, ਅਰਜ਼ ਕਰੋ। ਬਿਨਾ ਬਿਲਮ ਗੁਰ ਨਿਕਟ ਸਦਾਵੋ। ਬਿਨਾਂ ਦੇਰੀ ਤੋਂ ਜਲਦੀ ਨਾਲ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜਾਓ ਤੇ ਮੇਰੇ ਵੱਲੋਂ ਬੇਨਤੀ ਕਰਨਾ ਕਰੋ। ਹਜ਼ਰਤ ਰੋਕ ਵਜ਼ੀਰ ਖਾਂ ਹੀਰ। ਜਦੋਂ ਵਜ਼ੀਰ ਖਾਨ ਨੇ ਬਾਦਸ਼ਾਹ ਦਾ ਰੁਖ, ਬਾਦਸ਼ਾਹ ਦਾ ਸੁਭਾਅ ਜਾਣਿਆ, ਚੜ ਤਰੰਗ ਗਮਨਿਓ ਬਿਨ ਦੇਰ। ਘੋੜੇ ਉੱਪਰ ਅਸਵਾਰ ਹੋ ਕਰਕੇ ਬਿਨਾਂ ਦੇਰੀ ਹੀ ਜਲਦੀ ਨਾਲ ਦਿੱਲੀ ਤੋਂ ਆਗਰੇ ਦੀ ਧਰਤੀ ਵੱਲ ਇਹਨੇ ਚਾਲੇ ਪਾਉਣਾ ਕੀਤੇ। ਜੇ ਕੈਦੀ ਮਹਿ ਪਾਲਕ ਸਾਰੇ। ਜਿਸ ਕਿਲੇ ਦੇ ਵਿੱਚ ਵੱਡੇ ਵੱਡੇ ਰਾਜੇ ਗਵਾਲੀਅਰ ਦੇ ਕਿਲੇ ਦੇ ਕੈਦ ਵਿੱਚ ਸਨ, ਉਸ ਥਾਂ ਤੇ ਇਹਨੇ ਪਹੁੰਚਣਾ ਕੀਤਾ। ਸੁਣੀ ਸ਼ਾਹ ਨੇ ਗੁਰੂ ਹਕਾਰੇ। ਤੇ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਕਿ ਗੁਰੂ ਸਾਹਿਬ ਜੀ ਦੇ ਬੰਦਗੀ ਵਾਸਤੇ ਭਾਵ ਉਹਨਾਂ ਗੁਰੂ ਸਾਹਿਬ ਜੀ ਨੂੰ ਸੱਦਣਾ ਕੀਤਾ ਸੀ, ਹੁਣ ਬਾਦਸ਼ਾਹ ਆਪ ਗੁਰੂ ਸਾਹਿਬ ਜੀ ਨੂੰ ਵਾਪਸ ਬੁਲਾ ਰਹੇ ਹਨ। ਜਦੋਂ ਇਹ ਖਬਰ ਉੱਥੋਂ ਦੇ ਕੈਦੀਆਂ ਨੂੰ, ਜਿਹੜੇ 52 ਰਾਜੇ ਸਨ ਉਹ ਕੈਦ ਵਿੱਚ ਸਨ, ਉਹਨਾਂ ਰਾਜਿਆਂ ਨੂੰ ਜਦੋਂ ਇਹ ਖਬਰ ਮਿਲੀ ਕਿ ਗੁਰੂ ਸਾਹਿਬ ਜੀ ਹੁਣ ਗਵਾਲੀਅਰ ਦੇ ਕਿਲੇ ਤੋਂ ਵਾਪਸ ਜਾਣਗੇ, ਚਿੰਤਾ ਤੁਰ ਔਰ ਵਿਆਕਲ ਹੋਏ। ਜਿੰਨੇ ਵੀ ਰਾਜੇ ਸਨ ਬੜੇ ਵਿਆਕੁਲ ਹੋਏ, ਚਿੰਤਾ ਦੇ ਗਹਿਰੇ ਸਹਿਮ ਦੇ ਵਿੱਚ ਚਲੇ ਗਏ। ਸੁਣੀ ਸ਼ਾਹ ਨੇ ਸ਼ੋਰ ਧੀਰ ਮਨ ਸ਼ੋਕ ਪਰੋਏ। ਜਦੋਂ ਸੁਣਨਾ ਕੀਤਾ ਕਿ ਬਾਦਸ਼ਾਹ ਜੀ ਸੱਚੇ ਪਾਤਸ਼ਾਹ ਜੀ ਨੂੰ ਵਾਪਸ ਬੁਲਾ ਰਹੇ ਹਨ, ਇਹਨਾਂ ਦੇ ਮਨਾਂ ਦੇ ਵਿੱਚੋਂ ਧੀਰਜ ਜਿਹੜਾ ਸੀ ਚਲਾ ਜਾਂਦਾ ਗਿਆ। ਭਾਵ ਗੁਰੂ ਸਾਹਿਬ ਜੀ ਦੇ ਕਰਕੇ ਧੀਰਜਵਾਨ ਹੋਏ ਸਨ, ਇਹਨਾਂ ਦੇ ਮਨ ਨੂੰ ਧੀਰਜ ਮਿਲਿਆ ਸੀ ਗੁਰੂ ਸਾਹਿਬ ਜੀ ਦੇ ਆਸਰੇ ਕਰਕੇ। ਹੁਣ ਇਹਨਾਂ ਦੇ ਜਾਣਨਾ ਕੀਤਾ ਕਿ ਗੁਰੂ ਸਾਹਿਬ ਜੀ ਦੇ ਕਿਲੇ ਵਿੱਚ ਜਾ ਰਹੇ ਹਨ ਤੇ ਇਹਨਾਂ ਦਾ ਮਨ ਕਵੀ ਰਾਜ ਕਹਿ ਰਹੇ ਹਨ, ਇਹਨਾਂ ਦਾ ਨਿਸੰਸੇ ਹੀ ਇਹਨਾਂ ਦੇ ਮਨ ਦੇ ਵਿੱਚੋਂ ਧੀਰਜ ਚਲਿਆ ਗਿਆ। ਹੋਏ 71 ਸਗਰੇ ਚੱਲ ਆਏ। ਜਿੰਨੇ ਕੈਦੀ ਸਨ ਸਾਰੇ ਇਕੱਤਰ ਹੋ ਕਰਕੇ ਗੁਰੂ ਸ਼ਰਨ ਵਿੱਚ ਚੱਲ ਕੇ ਆਏ। ਕਰ ਦਰਸ਼ਨ ਪਾਇਨ ਲਪਟਾਏ। ਦਰਸ਼ਨ ਪਾ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਤੇ ਸਾਰਿਆਂ ਨੇ ਚਰਨਾਂ ਉੱਪਰ ਨਮਸਕਾਰ ਕਰਕੇ ਆਪਣੇ ਵੱਲੋਂ ਬੇਨਤੀਆਂ ਅਰਜ਼ਾਂ ਕਰਨੀਆਂ ਕੀਤੀਆਂ। ਦੋ ਕਰ ਜੋਰ ਅਗਾਰੀ ਖਰੇ। ਹੱਥ ਜੋੜ ਕਰਕੇ ਗੁਰੂ ਸਾਹਿਬ ਜੀ ਅੱਗੇ ਇਹਨਾਂ ਨੇ ਸਿਨਮਰ ਹੋ ਕਰਕੇ
ਬੇਨਤੀ ਕੀਤੀ। ਨਮਰ ਹੋਏ ਕਿਨ ਸਿਰ ਧਰ ਧਰੇ। ਨਿਮਰਤਾ ਦੇ ਵਿੱਚ ਆ ਕਰਕੇ ਧਰਤੀ ਉੱਪਰ ਇਹਨਾਂ ਨੇ ਆਪਣੇ ਸੀਸ ਝੁਕਾ ਲੈਣਾ ਕੀਤੇ। ਦੀਨ ਬਚਨ ਕਗ ਆਵਤ ਕੋਈ। ਜਿਵੇਂ ਦੀਨ ਗਰੀਬ ਹੋ ਕਰਕੇ ਗੁਰੂ ਸਰਨ ਵਿੱਚ ਕੋਈ ਆਵੇ, ਐਵੇਂ ਨਿਮਰਤਾ ਦੇ ਵਿੱਚ ਆ ਕਰਕੇ ਇਹ ਜਿਹੜੇ 52 ਰਾਜੇ ਹਨ ਇਹਨਾਂ ਨੇ ਬੇਨਤੀ ਕਰਨਾ ਕੀਤੀ। ਸ਼੍ਰੀ ਗੁਰ ਤੁਮ ਤੇ ਬਡੋ ਨ ਹੋਈ। ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਹਾਡੇ ਤੋਂ ਕੋਈ ਵੱਡਾ ਨਹੀਂ ਹੈ, ਆਪ ਜੀ ਕਰਨ ਕਾਰਨ ਸਮਰੱਥ ਹੋ, ਐਵੇਂ ਬੇਨਤੀ ਕੀਤੀ। ਕੋ ਹਮ ਕੋ ਕਬ ਆਨ ਛੁਟਾਵੇ। ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਹਾਡੇ ਤੋਂ ਕੋਈ ਵੱਡਾ ਨਹੀਂ ਹੈ ਜਿਹੜਾ ਸਾਨੂੰ ਆਣ ਕਰਕੇ ਕੈਦ ਵਿੱਚੋਂ ਛੁਡਾ ਦੇਵੇ। ਭਾਵ ਕੇਵਲ ਤੇ ਕੇਵਲ ਤੁਸੀਂ ਹੋ ਜਿਹੜੇ ਸਾਨੂੰ ਇਸ ਕਿਲੇ ਦੇ ਵਿੱਚੋਂ ਕੱਢ ਸਕਦੇ ਹੋ। ਰਛਕ ਤੁਮ ਬਿਨ ਅਪਰ ਨ ਪਾਵੇ। ਇਹ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਿਨਾ ਰੱਖਿਆ ਕਰਨ ਵਾਲੇ ਅਸਾਂ ਨੇ ਹੋਰ ਕਿਸੇ ਨੂੰ ਵੀ ਤੱਕਣਾ ਨਹੀਂ ਕੀਤਾ। ਕੇਵਲ ਤੇ ਕੇਵਲ ਜਿਹੜੀ ਰੱਖਿਆ ਕੀਤੀ ਹੈ, ਜਾਂ ਚੰਗਾ ਖਾਣ ਪਾਣ ਜਾਂ ਰਸੂਖ ਸਿਰ ਅਸੀਂ ਇਸ ਕਿਲੇ ਦੇ ਵਿੱਚ ਰਹੇ ਹਾਂ, ਉਹ ਆਪ ਜੀ ਦੀ ਕਿਰਪਾ ਸਦਕਾ ਹੀ ਰਹਿ ਰਹੇ ਹਾਂ। ਆਪ ਜੀ ਤੋਂ ਬਗੈਰ ਹੋਰ ਕੋਈ ਰੱਖਿਆ ਕਰਨ ਵਾਲਾ ਸਾਡਾ ਨਹੀਂ ਹੈ। ਸ਼੍ਰੀ ਕਰਤਾਰ ਕਿਰਪਾਲ ਕਹੰਤੇ। ਤੇ ਪ੍ਰਭੂ ਨੂੰ, ਕਰਤਾਰ ਨੂੰ ਕਿਰਪਾਲਤਾ ਦੇ ਘਰ ਕਿਹਾ ਜਾਂਦਾ ਹੈ। ਤੈਨ ਸਰੂਪ ਹਮ ਤੁਮਹਿ ਲਖੰਤੇ। ਉਹਦਾ ਸਰੂਪ ਹੀ ਅਸੀਂ ਆਪ ਜੀ ਨੂੰ ਜਾਣਦੇ ਹਾਂ। ਆਪ ਜੀ ਨੂੰ ਇੱਕ ਅਕਾਲ ਪੁਰਖ ਦਾ ਸਰੂਪ ਜਾਣ ਕਰਕੇ ਮਨ ਦੇ ਵਿੱਚ ਵਸਾਉਂਦੇ ਹਾਂ। ਸ਼ਰਨ ਪਰੈ ਕੀ ਲਾਜ ਨਿਬਾਹੋ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ, ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ ਤੇ ਸ਼ਰਨ ਪਿਆਂ ਦੀ ਆਪ ਜੀ ਲਾਜ ਨਿਭਾਓ। ਤੇ ਸੱਚੇ ਪਾਤਸ਼ਾਹ ਜੀ ਦਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਗੁਰੂ ਸਾਹਿਬ ਜੀ ਦਾ ਸੁਭਾਅ ਹੈ, ਜਿਹੜਾ ਕਿ ਸ਼ਰਨ ਵਿੱਚ ਆਵੇ, ਕੇਵਲ ਤੇ ਕੇਵਲ ਉਹਦੇ ਮਨ ਦੇ ਵਿੱਚ ਭਰੋਸਾ ਹੋਵੇ। ਜਿਹੜਾ ਸ਼ਰਨ ਆਵੇ ਉਸ ਨੂੰ ਘੱਟ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਗਲਵਕੜੀ ਦੇ ਨਾਲ ਲਾ ਲੈਂਦੇ ਹਨ। ਹਾਂ, ਸਾਨੂੰ ਸ਼ਰਨ ਆਉਣ ਦੀ ਜਾਚ ਆ ਜਾਵੇ, ਅਸੀਂ ਨਿਸੰਸੇ ਦੁਨੀਆ ਦੇ ਝਮੇਲੇ, ਮਨ ਦੇ ਖਿਆਲਾਤ, ਮਨ ਦੇ ਵਹਿਮ, ਇਹ ਸਾਰੇ ਛੱਡ ਦਈਏ। ਕੇਵਲ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭਰੋਸਾ ਰੱਖੀਏ। ਨਿਸੰਸੇ ਹੀ ਸੱਚੇ ਪਾਤਸ਼ਾਹ ਦੀ ਜੋ ਸ਼ਰਨ ਆਉਂਦਾ ਹੈ ਉਹਦੀ ਬਾਂਹ ਫੜਦੇ ਹਨ, ਉਹਨੂੰ ਗਲਵਕੜੀ ਦੇ ਨਾਲ ਲਾਉਂਦੇ ਹਨ। ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਹਨ। ਐਵੇਂ ਇਹ 52 ਰਾਜਿਆਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਹਾਡੇ ਤੋਂ ਬਗੈਰ ਹੋਰ ਕੋਈ ਸਾਡਾ ਸਹਾਇਕ ਨਹੀਂ ਹੋ। ਕੇਵਲ ਤੇ ਕੇਵਲ ਜੇਕਰ ਤੁਸੀਂ ਸਾਨੂੰ ਆਸਰਾ ਦੇਵੋ, ਫਿਰ ਹੀ ਅਸੀਂ ਇੱਥੇ ਕਾਇਮ ਰਵਾਂਗੇ। ਤੁਹਾਡੇ ਤੋਂ ਬਗੈਰ ਸਾਡਾ ਕੋਈ ਰੱਖਿਅਕ ਨਹੀਂ ਹੈ, ਸਾਡੀ ਕੋਈ ਰਕਸ਼ਾ ਕਰਨ ਵਾਲਾ ਨਹੀਂ ਹੈ। ਇਵੇਂ 52 ਰਾਜਿਆਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਹੈ। ਵਿਚਾਰਾ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ। ਗੁਰੂ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।